परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी संबंधित है रतन सिंह सूबा खेम सिंह दे परिवार विचों, पिंड माहूवाल, जिला जलंधर, दुआबा। साखी का सिरलेख है रखां गुरां दियां। औखी घड़ी ना देखण देई अपना बिरद संभाले, हाथ दे राखै अपने को सास सास प्रतिपालै। प्रभ सियों लाग रहो मेरा चीत, आद अंत प्रभ सदा सहाई, धन हमारा मीत। गल दूर दी नहीं, पिछला 84 ਦਾ नवंबर श्रीमती इंदिरा गांधी ਦੇ ਘਰ ਦਾ ਲੂਣ ਖਾ ਕੇ ਉੱਥੇ ਹੀ ਪਲਕੇ ਦੋ ਹਤਿਆਰਿਆਂ ਉਸ ਦਾ ਖੂਨ ਕਰ ਦਿੱਤਾ। ਉਸ ਦੀ ਮੌਤ ਕੀ ਸੀ? ਭਾਰਤ ਵਾਸੀਆਂ ਵਾਸਤੇ ਘਾਟਾ। ਉਹ ਸੀ ਆਕਾਸ਼ ਵਿੱਚ ਚਮਕਦਾ ਪ੍ਰਕਾਸ਼ ਜਿਹੜਾ ਹਰ ਹਿਰਦੇ ਨੂੰ ਰੁਸ਼ਨਾ ਰਿਹਾ ਸੀ। ਉਸ ਦੀ ਮੌਤ ਦੇ ਨਾਲ ਹੀ ਹਨੇਰੇ ਨੇ ਦੇਸ਼ ਨੂੰ ਕਲਾਵੇ ਵਿੱਚ ਲੈ ਲਿਆ। ਉਸ ਸਮੇਂ ਬੇਸਮਝ ਦੇ ਬਦਮਾਸ਼ ਜਿਹੜੇ ਕਦੇ ਮੰਦਰ ਜਾਂ ਠਾਕੁਰ ਦੁਆਰੇ ਨਹੀਂ ਗਏ ਸਨ, ਜਿਨ੍ਹਾਂ ਹਿੰਦੂ ਧਰਮ ਕਦੇ ਸਮਝਿਆ ਹੀ ਨਹੀਂ ਸੀ, ਉਹਨਾਂ ਕੌਮ ਨੂੰ ਬਦਨਾਮ ਕੀਤਾ। ਉਹਨਾਂ ਨੋਹਾਂ ਨਾਲੋਂ ਮਾਸ ਨੂੰ ਵੱਖ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਚੰਡਾਲਾਂ ਦਾ ਰੂਪ ਧਾਰਨ ਕਰ ਲਿਆ। ਇਹ ਤਾਂ ਰਾਜੀਵ ਜੀ ਸਨ ਜਿਨ੍ਹਾਂ ਹਾਲਾਤ 'ਤੇ ਕਾਬੂ ਪਾਇਆ। ਮੈਂ ਉਹਨੇ ਦਿਨੀ ਮੱਧ ਪ੍ਰਦੇਸ਼ ਦੇ ਅਮਰੀਕਪੁਰ ਗਿਆ ਹੋਇਆ ਸਾਂ। ਉੱਥੇ ਸੁਰਿੰਦਰ ਸਿੰਘ ਮਾਲੂਵਾਲੀਆ ਦਾ ਭਰਾ ਰਹਿੰਦਾ ਹੈ। ਉੱਥੇ ਉਹਨਾਂ ਦਾ ਬੜਾ ਕਾਰੋਬਾਰ ਹੈ। ਜੰਗਲਾਂ ਦਾ ਠੇਕਾ, ਕੋਲਡ ਸਟੋਰ, ਹੋਰ ਆਲੂਆਂ ਦਾ ਵਿਹਾਰ। ਬੜੇ ਗੁਰਮੁਖ ਹਨ ਅਤੇ ਪੱਕੇ ਕਾਂਗਰਸੀ। ਮੇਰੇ ਨਾਲ ਸੁਰਿੰਦਰ ਤੇ ਅਮਰੀਕਾ ਤੋਂ ਆਈ ਉਹਨਾਂ ਦੀ ਇੱਕ ਭੈਣ ਸੀ। ਉੱਥੇ ਸਾਡਾ ਕੋਈ ਘਰੇਲੂ ਮਸਲਾ ਸੀ ਜਿਸ ਦੇ ਨਜਿੱਠਣ ਵਾਸਤੇ ਸਾਨੂੰ ਜ਼ਰੂਰੀ ਜਾਣਾ ਪਿਆ। ਘਰਾਂ ਵਿੱਚ 100 ਗੱਲਾਂ ਹੁੰਦੀਆਂ ਹਨ। ਅਸੀਂ 28 ਅਕਤੂਬਰ ਨੂੰ ਉੱਥੇ ਪਹੁੰਚੇ। ਸਾਡੀ ਉਹਨਾਂ ਚੰਗੀ ਖਾਤਰਦਾਰ ਕੀਤੀ, ਇਲਾਕੇ ਦੀ ਸੈਰ ਕਰਵਾਈ, ਕੱਥਾ ਬਣਾਉਣ ਦੀ ਫੈਕਟਰੀ, ਨੈਸ਼ਨਲ ਪਾਰਕ ਜਿਸ ਦੇ ਲਾਗੇ ਲੱਕੜੀ ਦੇ ਕੈਬਨ ਬਣੇ ਹੋਏ ਸਨ ਜਿਨ੍ਹਾਂ 'ਤੇ ਚੜ੍ਹ ਕੇ ਆਲੇ ਦੁਆਲੇ ਦੇ ਰੰਗ ਵੇਖੇ ਜਾਂਦੇ ਹਨ। ਸ਼ੇਰਾਂ ਅਤੇ ਚਿੱਤਰਿਆਂ ਦੀਆਂ ਡਾਰਾਂ ਪਾਣੀ ਪੀਂਦੇ ਅਤੇ ਕਲੋਲਾਂ ਕਰਦੇ। ਹੋਰ ਜੰਗਲੀ ਜਾਨਵਰ ਖੁੱਲ੍ਹੇ ਮੌਜਾਂ ਮਾਣਦੇ ਹਨ। ਉਸ ਤੋਂ ਅੱਗੇ ਤਿੱਬਤੀ ਵਸਦੇ ਹਨ। ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਹਨ। ਗਲੀਚੇ, ਕਾਲੀਨ ਅਤੇ ਦੁਸ਼ਾਲੇ ਵਧੀਆ ਮਿਲਦੇ ਹਨ। ਪਿਛਲੇ ਪੈਰ ਉੱਥੋਂ ਪਕੌੜਿਆਂ ਦੀ ਦੁਕਾਨ 'ਤੇ ਬੈਠ ਕੁਝ ਖਾਣ ਪੀਣ ਲੱਗੇ ਤਾਂ ਖਬਰ ਲੱਗੀ ਇੰਦਰਾ ਗਾਂਧੀ ਜੀ ਮਾਰੇ ਗਏ ਹਨ। ਇਹ ਸੁਣ ਹੱਥਾਂ ਤੇ ਮੂੰਹ ਵਿੱਚ ਰਹਿ ਗਈ। ਅੰਦਰ ਕੁਝ ਨਾ ਲੰਘੇ। ਸਾਰੇ ਨਿੰਮੋ ਝੀਣੇ ਸਿਰ ਸੁੱਟੀ 6 ਵਜੇ ਘਰ ਪਹੁੰਚੇ। ਅੱਗੇ ਵੀ ਸੋਗ ਪਸਰਿਆ ਹੋਇਆ ਸੀ। ਕਿਸੇ ਨਾ ਕੁਝ ਖਾਧਾ ਨਾ ਪੀਤਾ, ਉਸੇ ਤਰ੍ਹਾਂ ਲੇਟ ਗਏ। ਅਗਲੀ ਸਵੇਰ ਅਸੀਂ ਚਾਰੇ ਲੌਟਣ ਲਈ ਤਿਆਰ ਹੋਏ। ਕੁਲਵੰਤ ਸਿੰਘ ਬਿਸਰਾਮਪੁਰ ਸਟੇਸ਼ਨ 'ਤੇ ਛੱਡ ਆਇਆ ਅਤੇ 1 ਨਵੰਬਰ ਨੂੰ ਗੱਡੀ ਵਿੱਚ ਸਵਾਰ ਹੋਏ। ਗੱਡੀ ਬੌਰੀ ਡਾਂਡੇ ਜਾ ਰੁਕੀ। ਉੱਥੇ ਕਾਫੀ ਸ਼ੋਰ ਸ਼ਰਾਬਾ ਸੀ। ਇਹ ਵੀ ਸੁਣਿਆ ਕਿ ਅਗਲੇ ਸਟੇਸ਼ਨ 'ਤੇ ਸਿੱਖਾਂ ਨੂੰ ਮਾਰੀ ਜਾਂਦੇ ਹਨ। ਲੱਗੇ ਕਰਤੇ ਦੇ ਰੰਗ ਵੇਖਣ, ਪਰ ਭਜਨ ਲੱਗਾ ਫੁਰਨ। ਸੱਚੇ ਪਾਤਸ਼ਾਹ ਟੀਟੀ ਨੂੰ ਅੰਦਰੋਂ ਪ੍ਰੇਰਨਾ ਦਿੱਤੀ ਅਤੇ ਉਸਨੇ ਸਾਨੂੰ ਆ ਕੇ ਆਖਿਆ, ਸਰਦਾਰੋ, ਤੁਸੀਂ ਇਸ ਡੱਬੇ ਵਿੱਚੋਂ ਨਿਕਲ ਕੇ ਅਗਲੇ ਜਨਾਨੇ ਡੱਬੇ ਵਿੱਚ ਬਹਿ ਜਾਵੋ ਅਤੇ ਅੰਦਰੋਂ ਲੌਕ ਕਰ ਦਿਓ, ਖੋਲ੍ਹਿਓ ਨਾ। ਅਗਲੇ ਸਟੇਸ਼ਨ ਵਾਲੇ ਸਰਦਾਰਾਂ ਇੰਦਰਾ ਦੀ ਮੌਤ 'ਤੇ ਲੱਡੂ ਵੰਡੇ ਹਨ ਅਤੇ ਭੰਗੜੇ ਪਾਏ ਹਨ। ਪਰ ਅਸਲ ਗੱਲ ਦਾ ਪਤਾ ਪਿੱਛੋਂ ਲੱਗਾ ਕਿ ਉਨੀ ਦਿਨੀ ਗੁਰਪੁਰਬ ਸੀ। ਆਮ ਸੰਗਤਾਂ ਪ੍ਰਭਾਤ ਫੇਰੀਆਂ ਕੱਢਦੀਆਂ ਸਨ। ਉਹਨਾਂ ਪ੍ਰਭਾਤ ਫੇਰੀਆਂ ਨੂੰ ਭੰਗੜੇ ਸਮਝ ਲਿਆ। ਬੇਸਮਝਾ ਅੰਦਰ ਗੁੱਸੇ ਦਾ ਤੂਫਾਨ ਉੱਠ ਖਲੋਤਾ। ਸਤਿਗੁਰ ਬੜਾ ਮੌਜੀ ਏ, ਆਪੇ ਦੇਵਤੇ ਪੈਦਾ ਕਰਦਾ ਏ, ਆਪੇ ਉਹਨਾਂ ਪਿੱਛੇ ਦੈਂਤ ਲਾ ਦਿੰਦਾ ਹੈ, ਫਿਰ ਆਪ ਹੀ ਦੇਵਤਿਆਂ ਦੀ ਰੱਛਾ ਕਰਦਾ ਹੈ। ਅਸੀਂ ਰੇਲ ਦੇ ਡੱਬੇ ਵਿੱਚ ਬੈਠੇ ਸਾਂ ਕਿ ਸੁਰਿੰਦਰ ਸਿੰਘ ਨੇ ਖਿੜਕੀ ਚੁੱਕ ਬਾਹਰ ਸਿਰ ਕੱਢਿਆ। ਸਟੇਸ਼ਨ 'ਤੇ ਇੱਕ ਗੱਭਰੂ ਟਰਾਂਜਿਸਟਰ ਵਜਾ ਰਿਹਾ ਸੀ। ਇਸ ਨੇ ਉਸ ਨੂੰ ਆਵਾਜ਼ ਦਿੱਤੀ ਅਤੇ ਆਖਿਆ, ਭਈਆ
भैया इधर आ, ਸੁਣਾ ਕਿਆ ਖਬਰ ਹੈ। ਸੁਰਿੰਦਰ ਦੀ ਆਵਾਜ਼ ਸੁਣ ਉਸ ਡੱਬੇ ਵੱਲ ਝਾਕਿਆ ਤੇ ਸਾਨੂੰ ਅੰਦਰ ਬੈਠਿਆਂ ਨੂੰ ਵੇਖਿਆ। ਉਹ ਦੌੜਦਾ ਦੌੜਦਾ ਇੱਕ ਹਜ਼ੂਮ ਕੋਲ ਗਿਆ ਤੇ ਉਹਨਾਂ ਨੂੰ ਸਾਡੇ ਬਾਰੇ ਦੱਸ ਦਿੱਤਾ ਕਿ जिन लोगों को ढूंढ रहे हो वो तो डब्बे में छिपे पड़े हैं। ਇਹ ਸੁਣੋ ਸਾਰੇ ਡੱਬੇ ਵੱਲ ਇਉਂ ਦੌੜੇ ਜਿਵੇਂ ਸੱਸਿਆਂ ਨੂੰ ਵੇਖ ਬਘਿਆੜ ਚੁੰਗੀਆਂ ਭਰਦਾ ਹੈ। ਉਹ ਦੂਰੋਂ ਹੀ ਕੂਕੀ ਜਾਣ, ਪੰਜਾਬੀ ਸਰਦਾਰ ਪੱਕੇ ਗੱਦਾਰ ਕਰ ਦਿਓ ਪਾਰ। ਇਹ ਰੌਲਾ ਸੁਣ ਸਾਡੀ ਖਾਨਿਓ ਗਈ। ਆਪ ਫਾਥੜੀਏ ਤੈਨੂੰ ਕੌਣ ਛਡਾਵੇ। ਜਾਣ ਲਿਆ ਅੰਤ ਦਾ ਸਮਾਂ ਆ ਗਿਆ ਏ। ਇੱਥੇ ਹੀ ਲਾਸ਼ਾਂ ਰੁਲਣਗੀਆਂ, ਪਰ ਜਾਕੋ ਰਾਖੇ ਸਾਵਰਾ ਮਾਰ ਨਾ ਸਾਕੇ ਕੋਈ, ਬਾਲ ਨਾ ਬਾਂਕਾ ਕਰ ਸਕੇ ਭਾਵੇਂ ਸਭ ਜਗ ਬੈਰੀ ਹੋਏ। ਹੁਣ ਸਾਡਾ ਧਿਆਨ ਸਤਿਗੁਰਾਂ ਦੇ ਚਰਨਾਂ ਵੱਲ ਗਿਆ। ਭਜਨ ਲੱਗਾ ਫੁਰਨ। ਮੇਰੇ ਅੰਦਰੋਂ ਆਵਾਜ਼ ਆਈ, ਰਤਨ ਘਬਰਾ ਕਿਉਂ ਗਿਆ ਏ? ਇਹ ਤਾਂ ਇਮਤਿਹਾਨ ਦਾ ਪਰਚਾ ਏ। ਕਰ ਯਾਦ ਆਪਣੇ ਯਾਰ ਨੂੰ ਜਿਹੜਾ ਜੇਲਾਂ ਵਿੱਚ, ਜਲਾਂ ਵਿੱਚ, ਥਲਾਂ ਵਿੱਚ, ਕੰਦਰਾਂ ਵਿੱਚ, ਪਰਬਤਾਂ ਵਿੱਚ ਸਾਰ ਲੈਂਦਾ ਏ। ਉਹ ਕੋਈ ਦੂਰ ਥੋੜ੍ਹਾ ਏ। ਤੂੰ ਉਸ ਨੂੰ ਭੈਣੀ ਸਾਹਿਬ ਸਮਝਦਾ ਏ। ਉਹ ਉੱਥੇ ਵੀ ਹੁੰਦਾ, ਸਭ ਥਾਈਂ ਵਿਚਰਦਾ ਹੈ। ਉਸ ਨੂੰ ਦੂਰ ਨਾ ਜਾਣ। ਅਕਾਲ ਉਸਤਤ ਵਿੱਚ ਇਉਂ ਉਲੀਕਿਆ ਹੈ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨੰਦਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਛੀਤਸ ਤੂੰ ਹੀ, ਉਰਧਸ ਤੂੰ ਹੀ, ਜੀਮੀ ਤੂੰ ਹੀ, ਜਮਾ ਤੂੰ ਹੀ, ਮੱਕੀ ਤੂੰ ਹੀ, ਮੱਕੀ ਤੂੰ ਹੀ। ਲੱਗਾ ਤਾਨੇ ਮਿਆਣੇ ਮਾਰਨ। ਤੂੰ ਰਾਏ ਸਿੰਘ ਨੂੰ ਸ਼ੇਰ ਤੋਂ ਬਚਾ ਲਿਆ। ਤੂੰ ਸੰਸਾ ਸਿੰਘ ਨੂੰ ਬੰਦ ਕਮਰਿਆਂ ਵਿੱਚੋਂ ਕੱਢ ਲਿਆਂਦਾ। ਤੂੰ ਬੌੜੀ ਘਰ ਕਿੱਥੇ ਛੁਪ ਕੇ ਬਹਿ ਗਿਆ ਏ। ਮੁੜ ਆਵਾਜ਼ ਆਈ, ਰਤਨ ਮੈਂ ਤੇਰੇ ਨਾਲ ਆ, ਬਾਹਰ ਨਿਕਲ, ਆਪਣੇ ਦਰਸ਼ਨ ਦੇ। ਘਬਰਾ ਨਾ, ਆਪਣਾ ਆਪ ਦੱਸ। ਮੈਂ ਡੱਬੇ ਵਿੱਚੋਂ ਬਾਹਰ ਨਿਕਲਿਆ ਤੇ ਹਜ਼ੂਮ ਨੂੰ ਸੰਬੋਧਨ ਕਰਦਿਆਂ ਕਿਹਾ, ਭਈਓ सबको मेरा प्रणाम। मैं आपकी सेवा में कुछ निवेदन करना चाहता हूँ, जरा गौर से सुने, फिर जैसी भगवान की इच्छा। ਉਹਨਾਂ ਵਿੱਚ 3 ਜਣੇ ਸਤਿਗੁਰਾਂ ਦੀ ਪ੍ਰੇਰਨਾ ਨਾਲ ਬੋਲ ਉੱਠੇ ਤੇ ਹਜੂਮ ਨੂੰ ਹੱਥ ਉਠਾ ਕੇ ਰੋਕ ਕੇ ਕਿਹਾ, ਸੁਣੋ ਭਾਈ, वे क्या बोलता है। तद मैं गल शुरू की, तुमने हमारे जैसे सरदार देखे हैं? क्या तुम्हें उग्रवादी कहते हैं? नहीं, फिर हम वह भी नहीं हैं। हम नामधारी हैं। हमारी पुरातन मर्यादा है। हम भगवान राम और कृष्ण जी को अपना अवतार मानते हैं। उन्हीं की अवतारवाद की फिलॉसफी पर चलते हैं। भगवान ने क्या नहीं कहा, संसार में जब उपद्रव होते हैं, देवते सताए जाते हैं, तो मैं अवतार लेता हूँ। कलयुग में श्री गुरु नानक हुए, फिर गुरु तेग बहादुर, जिसने तिलक और जनेऊ की रक्षा के लिए बलिदान दिया। उन्हीं में से गुरु गोबिंद सिंह जी हुए, जिन्होंने हिंदू धर्म के बचाने की खातिर तलवार उठाई। अंग्रेज के काल में गुरु राम सिंह जी ने अवतार लिया। उन्होंने अंग्रेज के विरुद्ध शांतमयी ढंग से देश के आज़ाद कराने की लड़ाई लड़ी। उनके नक्शे कदम पर चलकर महात्मा गांधी, पंडित जवाहरलाल नेहरू ने जंगे आज़ादी लड़ी और देश आज़ाद हुआ। हमारे बुज़ुर्गों ने अंग्रेज़ों का पूर्ण बाइकाट किया। उनके स्कूलों में बच्चे को पढ़ने नहीं भेजा। हमने कचहरियों का बाइकाट किया। हमारे बुज़ुर्गों ने अंग्रेज़ की रेल और सड़क तक प्रयोग ना की। हमारी अपनी डाक थी। हमारे सिंह फांसियों पर लटके, तोपों से उड़ाए गए। गुरु राम सिंह जी को जलावतन किया गया। हम लोग उन देशभक्तों की औलाद हैं। हम कभी देश की बुराई नहीं सोच सकते। इस ते हजूम विचों एक ने हाथ खड़ा किया ते आख्या कि मैंने इतिहास में कूके तो पढ़े हैं, नामधारी का शब्द नहीं सुना। तद में उत्तर देता, शाबाश, वाह भाई वाह, उन कूकों को तो ही नामधारी कहते हैं। ओ फिर बोलिया, भाइयों, इन लोगों की देन भारत दे नहीं सकता। इतिहास इनकी कुर्बानियों को कभी भुला नहीं सकता। वाह सरदार साहेब, आप तो पूजनीक हैं। हम तुम्हारी क्या खिदमत करें। मेरे अंदर उस वेले कूका कार आई हुई सी।
बोलना जारी रखदिया क्या, हम लोग हवन करते हैं, मांस नहीं खाते, शराब नहीं पीते, बीड़ी सिगरेट वाले के हाथ से नहीं लेते, हम चाय तक भी नहीं लेते, हमारा प्यार सब भाइयों से है। बस मैं इतना कहना चाहता हूँ, अब जो तुम्हारी मर्जी, हम हाजिर हैं। ਇਹ ਸੁਣਦਿਆਂ ਸਭਨਾਂ ਦਾ ਰੁਖ ਬਦਲ ਗਿਆ। ਹਜ਼ੂਮ ਪਤਲਾ ਪੈ ਗਿਆ। ਉਧਰ ਗਾਰਡ ਨੇ ਵਿਸਲ ਦਿੱਤੀ। ਮੁਸਾਫਰ ਆਪਣੇ ਆਪਣੇ ਡੱਬਿਆਂ ਵਿੱਚ ਜਾ ਚੜੇ। ਸਾਨੂੰ ਵੀ ਟੀਟੀ ਨੇ ਡੱਬੇ ਵਿੱਚੋਂ ਬਾਹਰ ਕੱਢਿਆ। ਗੱਡੀ ਫਫ ਕਰਦੀ ਅਗਾਂਹ ਰਵਾਨਾ ਹੋਈ। ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚੋਂ ਇਹ ਸ਼ਬਦ ਅੱਖਾਂ ਸਾਹਮਣਿਓਂ ਫਿਲਮ ਵਾਂਗੂ ਘੁੰਮ ਰਹੇ ਸਨ। ਰੋਗਨ ਤੇ ਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਓ, ਤੋ ਤਨ ਏਕ ਨ ਲਾਗਨ ਪਾਵੈ, ਰਾਖਤ ਹੈ अपनो कर देकर, पाप समूह न पेटन पावै, और की बात कहाँ कह तो सुपेट ही केपट बीच बचावै। ਇੱਥੇ ਕਾਫੀ ਦੇਰ ਪਿੱਛੋਂ ਗੱਡੀ ਆਈ ਤਾਂ ਅਸੀਂ ਸਤਿਗੁਰੂ ਨੂੰ ਯਾਦ ਕਰਦੇ ਡੱਬੇ ਵਿੱਚ ਜਾ ਬੈਠੇ। ਡੱਬੇ ਵਿੱਚ ਅਸੀਂ ਅਮਰੀਕਾਪੁਰ ਵਾਲਿਆਂ ਦੇ 2 18-20 ਸਾਲ ਦੇ ਲੜਕੇ ਵੇਖੇ ਤੇ ਹੈਰਾਨ ਹੋਏ, ਕਿਉਂਕਿ ਇਹ ਕਈ ਦਿਨਾਂ ਤੋਂ ਪੰਜਾਬੋਂ ਆਏ ਹੋਏ ਸਨ। ਪਤਾ ਲੱਗਾ ਕਿ ਇੱਕ ਬੀਬੀ ਨੇ ਇਹਨਾਂ ਨੂੰ ਲੈਟਰਿਨ ਵਿੱਚ ਵਾੜ ਕੇ ਆਪ ਅੱਗੇ ਦਰਵਾਜ਼ੇ ਦੇ ਬਾਹਰ ਖੜੋਤੀ ਸੀ। ਉਹ ਕੁੜੀ ਗਾਦੀ ਸੀ, ਸ਼ੇਰ ਦੀ ਬੱਚੀ ਸ਼ੇਰਨੀ ਸੀ। ਅਸੀਂ ਸਾਰੇ 12 ਵਜੇ ਦੇ ਕਰੀਬ ਬਿਸ਼ਰਾਮਪੁਰ ਪੁੱਜੇ। ਉਹਨਾਂ ਮੁੰਡਿਆਂ ਸਾਨੂੰ 1-2 ਪਹੀਆ ਗੱਡੀ ਕਰ ਦਿੱਤੀ ਤੇ ਅਸੀਂ ਇੱਥੋਂ 24 ਮੀਲ ਜਾਣਾ ਸੀ, ਜਿਹੜਾ ਕਿ ਜੰਗਲ ਦਾ ਰਾਹ। ਪਰ ਸਾਡੇ ਅੰਦਰੋਂ ਭੈ ਦੂਰ ਹੋ ਚੁੱਕਾ ਸੀ। ਜਦ ਅਸੀਂ ਘਰ ਪੁੱਜੇ ਤਾਂ ਘਰ ਵਾਲੇ ਹੈਰਾਨ ਪਰੇਸ਼ਾਨ ਕਿ ਇਹ ਕਿਵੇਂ ਆ ਗਏ। ਕਰਫਿਊ ਲੱਗਾ ਹੋਇਆ ਹੈ, ਮਾਰ ਧਾੜ ਹੋ ਰਹੀ ਹੈ। ਅਸੀਂ ਸਾਰੀ ਵਿਥਿਆ ਸੁਣਾਈ। ਉਹਨਾਂ ਡੀਸੀ ਨੂੰ ਟੈਲੀਫੋਨ ਕਰਕੇ ਆਪਣੇ ਪੁੱਤਰਾਂ ਨੂੰ ਮੰਗਵਾ ਲਿਆ, ਪਰ ਬਦਮਾਸ਼ਾਂ ਨੇ ਇਹਨਾਂ ਦੀ ਕੋਠੀ ਦੇ ਪਿਛਲੇ ਪਾਸੇ ਵੱਲ ਗੋਦਾਮ ਨੂੰ ਅੱਗ ਲਾ ਦਿੱਤੀ। ਅਸੀਂ ਸਾਮਾਨ ਕੱਢਣ ਲੱਗ ਪਏ। ਉੱਧਰੋਂ ਫਾਇਰ ਬ੍ਰਿਗੇਡ ਆ ਗਈ ਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। 3 ਦਿਨ ਉੱਥੇ ਰਹੇ। ਪਤਾ ਲੱਗਾ ਕਿ ਗੱਡੀਆਂ ਚੱਲਣ ਲੱਗੀਆਂ ਹਨ। ਮੈਂ ਤੇ ਸੰਤ ਸੁਰਿੰਦਰ ਸਿੰਘ 2 ਪਹੀਆ ਗੱਡੀ ਫੜੀ ਤੇ ਚੱਲ ਪਏ, ਪਰ ਜਦ ਸਟੇਸ਼ਨ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਕੋਈ ਗੱਡੀ ਨਹੀਂ ਆ ਰਹੀ। ਅਸੀਂ ਇੱਥੋਂ ਇੱਕ ਟਰੱਕ ਵਿੱਚ ਬੈਠ ਗਏ ਤੇ 10 ਵਜੇ ਤੱਕ ਮਹਿੰਦਰਗੜ੍ਹ ਜਾ ਪਹੁੰਚੇ। ਉੱਥੇ ਵੀ ਕਰਫਿਊ ਦਾ ਰਾਤ ਸੀ। ਟਰੱਕ ਬਾਹਰ ਖੜਾ ਹੋ ਗਿਆ, ਪਰ ਮਨ ਨੇ ਕਿਹਾ ਇੱਥੇ ਰੁਕਣਾ ਠੀਕ ਨਹੀਂ। ਅਸੀਂ ਬਾਬੂ ਨੂੰ 20 ਰੁਪਏ ਦਿੱਤੇ। ਤੇਲ ਤਮਾ ਜਾ ਕੇ ਮਿਲੇ, ਤੁਰੰਤ ਨਰਮ ਹੋ ਜਾਏ। ਅਸੀਂ ਸ਼ਹਿਰੋਂ ਬਾਹਰ ਚਲੇ ਗਏ ਤੇ 2 ਵਜੇ ਦੇ ਕਰੀਬ ਅਨੂਪਗੜ੍ਹ ਜਾ ਪਹੁੰਚੇ। ਮੂਸਾ ਨੱਠਾ, ਮੌਤ ਤੋਂ ਮੌਤ ਅੱਗੇ ਖੜੀ। ਅਨੂਪਗੜ੍ਹ ਵੀ ਕਰਫਿਊ ਪ੍ਰਧਾਨ ਸੀ। ਟਰੱਕ ਵੀ ਅੱਗੇ ਜਾਣੋਂ ਨਾ ਕਰ ਦਿੱਤੀ। ਅਸੀਂ ਸਟੇਸ਼ਨ 'ਤੇ ਚਲੇ ਗਏ ਤੇ ਬਾਬੂ ਨੂੰ ਭੇਜ ਕੇ ਟਿਕਟਾਂ ਮੰਗਵਾਈਆਂ ਤੇ ਸਵਾਰ ਹੋ 8 ਵਜੇ ਕਟਾਣੀ ਪਹੁੰਚ ਗਏ। ਸਾਰਾ ਦਿਨ ਕਟਾਣੀ ਗੁਜ਼ਰਿਆ। 4 ਵਜੇ ਕਟਨੀਓਂ ਚੜ੍ਹੇ। ਰਾਹ ਵਿੱਚ ਭੈੜੀਆਂ ਸੋਆ ਕੰਨੀ ਪਈਆਂ ਕਿ ਕਈ ਸਿੱਖ ਸਾੜੇ ਗਏ ਹਨ, ਪਰ ਮੇਰਾ ਮਨ ਜਦ ਸਤਿਗੁਰਾਂ ਦੇ ਚਰਨਾਂ ਵੱਲ ਸੀ ਤੇ ਰਸਨਾ ਟਕ ਟਕ ਚੱਲ ਰਹੀ ਸੀ। ਜਦ ਗੱਡੀ ਚੜ੍ਹਨ ਲੱਗੇ ਤਾਂ ਇੱਕ ਹਵਾਲਦਾਰ ਆ ਟਕਰਿਆ। ਉਸ ਕਿਹਾ, ਸਰਦਾਰੋ, ਅਵਲ ਤਾਂ ਅੱਗੇ ਜਾਓ ਨਾ, ਜੇ ਜਾਣਾ ਜ਼ਰੂਰ ਤੇ ਨਾ ਪਤੇ ਲਿਖਾਓ ਤਾਂ ਕਿ ਅਸੀਂ ਕਿਸੇ ਨੂੰ ਕੁਝ ਦੱਸ ਸਕੀਏ। ਅਸੀਂ ਆਪਣੇ ਥਾਂ ਟਿਕਾਣੇ ਲਿਖਵਾਏ ਤੇ ਅਗਾਂਹ ਟੁਰੇ। ਅੱਗੇ ਫੇਰ ਫੌਜੀ ਖੜਾ ਸੀ। ਉਹ ਸਾਡੀਆਂ ਪੱਗਾਂ ਵੇਖੀਆਂ, ਮਾਲਾ ਤੱਕੀਆਂ ਤੇ ਕਿਹਾ, ਸਰਦਾਰੋ ਰੁਕੋ, ਮੈਂ ਤੁਹਾਡਾ ਪ੍ਰਬੰਧ ਕਰਦਾ ਹਾਂ। ਉਸ 2 ਡੱਬੇ ਖਾਲੀ ਕਰਵਾਏ। ਅਸੀਂ 40 ਦਿੱਤੇ ਤਾਂ ਉਹ ਸਾਨੂੰ 6 ਸੀਟਾਂ ਵਾਲੇ ਕੂਪੇ ਵਿੱਚ ਬਿਠਾ ਗਿਆ ਤੇ ਪੱਕੀ ਕਰ ਗਿਆ ਕਿ ਭਾਵੇਂ ਕੋਈ ਕਿੰਨਾ ਜ਼ੋਰ ਲਗਾਵੇ, ਤੁਸੀਂ ਖੋਲ੍ਹਣਾ ਨਹੀਂ। ਖੈਰ ਅਸੀਂ 7 ਅਕਤੂਬਰ 9 ਵਜੇ ਦੇ ਕਰੀਬ ਆਗਰੇ ਆ ਗਏ। ਇੱਥੋਂ ਗੱਡੀ 3 ਵਜੇ ਚੱਲਣੀ ਸੀ। ਕਈ ਸਿੱਖ ਭਰਾ ਟਹਿਲਦੇ ਵੇਖੇ ਤਾਂ ਮਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਆਗਰੇ ਤੋਂ 3 ਵਜੇ ਗੱਡੀ ਰਵਾਨਾ ਹੋਈ ਤੇ 7 ਵਜੇ ਰਾਤ ਸਮੇਂ ਨਿਜ਼ਾਮਦੀਨ ਸਟੇਸ਼ਨ 'ਤੇ ਆ ਰੁਕੀ। ਸੁਰਿੰਦਰ ਸਿੰਘ ਬਾਰੇ ਇਹ ਖਬਰ ਫੈਲ ਚੁੱਕੀ ਸੀ ਕਿ ਉਹ ਮਾਰਿਆ ਗਿਆ ਹੈ।
ਘਰ ਵਾਲੇ ਰੋ ਪਿੱਟ ਬੈਠੇ ਸਨ। ਸਟੇਸ਼ਨ ਦੇ 5 ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋਏ। ਮਨ ਵਿੱਚ ਕੁਝ ਢਾਰਸ ਹੋਈ। ਸਟੇਸ਼ਨ ਤੇ ਕਾਕਾ ਗੁਰਬਖਸ਼ ਸਿੰਘ ਆਪਣੇ ਮਿੱਤਰ ਨਾਲ ਆਇਆ ਹੋਇਆ ਸੀ। ਉਹ ਵਿਚਾਰਾ ਪਹਿਲਾਂ ਕਈ ਚੱਕਰ ਮਾਰ ਚੁੱਕਾ ਸੀ। ਜਦ ਅਸੀਂ ਆਮਣੇ ਸਾਹਮਣੇ ਹੋਏ ਤਾਂ ਮੇਰਾ ਫੋਟੋ ਉਸਦੇ ਨੇਤਰਾਂ ਦੇ ਕੈਮਰੇ ਵਿੱਚ ਪਿਆ ਤੇ ਉਸ ਦਾ ਅਕਸ਼ ਮੇਰੀਆਂ ਅੱਖਾਂ ਵਿੱਚ ਪ੍ਰਵੇਸ਼ ਹੋਇਆ ਤਾਂ ਵੈਰਾਗ ਦੇ ਟਿਕਣ ਵਾਸਤੇ ਕੋਈ ਥਾਂ ਨਹੀਂ ਰਹੀ। ਉਹ ਪਾਣੀਓਂ ਪਤਲਾ ਹੋ ਵਹਿ ਨਿਕਲਿਆ ਤੇ ਛਮ-ਛਮ ਕਰਦਾ ਧਰਤੀ ਮਾਤਾ ਦੀ ਗੋਦ ਵਿੱਚ ਸਮਾ ਗਿਆ। ਅਸੀਂ ਬਗਲਗੀਰ ਹੋ ਗਏ। ਪਤਾ ਨਹੀਂ ਕਿੰਨਾ ਚਿਰ ਛਾਤੀਆਂ ਜੁੜੀਆਂ ਰਹੀਆਂ। ਮੁਸਾਫਰ ਵੀ ਵੇਖ ਹੈਰਾਨ ਹੋ ਰਹੇ ਸਨ। ਜਦ ਬਾਹੀਂ ਕੁਝ ਢਿੱਲੀਆਂ ਹੋਈਆਂ ਤਾਂ ਪਲੇਟਫਾਰਮ ਖਾਲੀ, ਸਭ ਮੁਸਾਫਰ ਜਾ ਚੁੱਕੇ ਸਨ। ਸੁੱਖ ਸਾਂਦ ਪੁੱਛੀ, ਘਰ ਵੱਲ ਰਵਾਨਾ ਹੋਏ। ਸਾਨੂੰ ਵੇਖ ਸਾਰਾ ਪਰਿਵਾਰ ਬਸੰਤ ਰੁੱਤ ਦੇ ਫੁੱਲਾਂ ਵਾਂਗੂ ਖਿੜ ਪਿਆ। ਆਂਢ ਗੁਆਂਢ ਵੀ ਆ ਜੁੜਿਆ। ਉਹਨਾਂ ਵੀ ਵਧਾਈਆਂ ਦਿੱਤੀਆਂ। ਮੇਰੇ ਵੱਲੋਂ ਇੱਕੋ ਉੱਤਰ ਸੀ, ਇਹਨਾਂ ਸਾਰੀਆਂ ਮੁਬਾਰਕਾਂ ਦੇ ਹੱਕਦਾਰ ਮੇਰੇ ਸ਼੍ਰੀ ਭੈਣੀ ਸਾਹਿਬ ਵਾਲੇ ਮਹਿਬੂਬ ਹਨ ਸਾਗੂ ਜਗਜੀਤ ਸਿੰਘ ਜੀ, ਜਿਹੜੇ ਸੇਵਕਾਂ ਦੀ ਹਰ ਥਾਂ, ਹਰ ਸਮੇਂ, ਹਰ ਘੜੀ ਰੱਖਿਆ ਕਰਦੇ ਆਏ ਹਨ। ਉਹਨਾਂ ਦਾ ਸ਼ੁਕਰ ਕੋਟਵਾਰ ਸ਼ੁਕਰ, ਕੋਟਾਨਾ ਕੋਟ ਸ਼ੁਕਰ। ਬਾਣੀ ਵੀ ਉਹਨਾਂ ਦੀ ਮਹਿਮਾ ਕਰਦੀ ਹੈ। ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ, ਸੁਅੰਭਵ ਸੁ ਸਰਬ ਦਾ ਸਰਬ ਜੁਗਤੇ, ਦੁਕਾਲਮ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਵੰਗੰ ਵਿਭੂਤੇ। ਸਾਰੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।